ਗੁਰਮੰਤ ਗਰੇਵਾਲ ਜੀ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਹਨ ਅਤੇ ਹੁਣ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਉਹ ਸਾਡੇ ਨਾਲ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਆਈਲੈਟਸ ਤੋਂ ਕਿਹੜੇ ਕੰਟਰੀਜ਼ ਤੋਂ ਆ ਰਹੇ ਵਿਦਿਆਰਥੀ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਤੋਂ ਮੁਕਤ ਹਨ, ਉਹਨਾਂ ਨੂੰ ਆਈਲੈਟ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ। ਕੁਝ ਯੂਨੀਵਰਸਿਟੀਜ਼ ਨੇ ਕੁਝ ਕੰਟਰੀ ਸਿਲੈਕਟ ਕੀਤੇ ਹੋਏ ਨੇ ਕਿ ਸਿਰਫ ਉਹਨਾਂ ਕੰਟਰੀਆਂ ਤੋਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜੋ ਵਿਦਿਆਰਥੀ ਪੜ੍ਹਨ ਆਉਂਦੇ ਨੇ ਉਹਨਾਂ ਨੂੰ ਆਈਲੈਟ ਜਾਂ ਕੈਲਪਿਟ ਵਗੈਰਾ ਭਾਵ ਕੈਨੇਡੀਅਨ ਲੈਂਗੁਏਜ ਦੇ ਜਿਹੜੇ ਰਿਕੁਆਇਰਮੈਂਟਸ ਨੇ ਇੰਗਲਿਸ਼ ਤੇ ਫਰੈਂਚ ਦੇ ਉਹਨਾਂ ਤੋਂ ਐਗਜ਼ੰਪਸ਼ਨ ਹੈ। ਤਾਂ ਉਹ ਕੰਟਰੀ ਨੇ ਜਿਹੜੇ ਕੁਝ ਤਾਂ ਕਾਮਨਵੈਲਥ ਦੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਰਾਜ ਹੁੰਦਾ ਸੀ ਜੇ ਆਪਾਂ ਇੰਗਲਿਸ਼ ਭਾਸ਼ਾ ਦੀ ਗੱਲ ਕਰਦੇ ਹਾਂ, ਤੇ ਇਸ ਤੋਂ ਬਿਨਾਂ ਕੁਝ ਫਰੈਂਚ ਕੰਟਰੀਜ਼ ਵੀ ਨੇ ਜਿਸ ਤਰ੍ਹਾਂ ਗਿਨੀ ਬਿਸਾਓ ਜਾਂ ਇਸ ਤਰ੍ਹਾਂ ਦੇ ਕੁਝ ਕੰਟਰੀ ਨੇ ਅਫਰੀਕਾ ਦੇ। ਜੇ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ, ਇੰਡੀਆ ਬ੍ਰਿਟਿਸ਼ ਰਾਜ ਦੇ ਅਧੀਨ ਰਿਹਾ। ਇੰਡੀਆ ਦੇ ਵਿੱਚ ਬਹੁਤ ਬੱਚੇ ਤਾਂ ਇਹੋ ਜਿਹੇ ਜਿਹੜੇ ਪਹਿਲੀ ਜਮਾਤ ਤੋਂ ਇੰਗਲਿਸ਼ ਪੜ੍ਹਦੇ ਆ ਔਰ ਉਹਨਾਂ ਦਾ ਮੀਡੀਅਮ ਆਫ ਇੰਸਟਰਕਸ਼ਨ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਵੀ ਇੰਗਲਿਸ਼ ਹੀ ਆ। ਕੇਰਲਾ ਵਰਗੀਆਂ ਸਟੇਟਸ ਨੇ ਜਿੱਥੇ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ ਔਰ ਬਹੁਤ ਵਿਦਿਆਰਥੀ ਅੰਗਰੇਜ਼ੀ ਹੀ ਪੜ੍ਹਦੇ ਨੇ। ਸੋ ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਬਗੈਲ ਯੂਨੀਵਰਸਿਟੀ ਹੈ, ਪ੍ਰਿੰਸਟਨ ਹੈ, ਬਹੁਤ ਯੂਨੀਵਰਸਿਟੀਜ਼ ਨੇ ਜਿਹੜੀਆਂ ਉਹ ਤਾਂ ਕਹਿੰਦੀਆਂ ਨੇ ਕਿ ਜਿਹੜੀਆਂ ਇੰਗਲਿਸ਼ ਸਪੀਕਿੰਗ ਕੰਟਰੀਜ਼ 'ਚੋਂ ਆ ਰਹੇ ਆ ਉਹਨਾਂ ਨੂੰ ਆਈਲੈਟਸ ਦੀ ਲੋੜ ਨਹੀਂ। The Harjinder Singh Show। ਚਲੰਤ ਮਾਮਲਿਆਂ ਦੇ ਵਿੱਚ ਬਾਕੀ ਜਿਹੜੀਆਂ ਲੋਕਲ ਗੱਲਾਂ ਦੇ ਨਾਲ ਇੱਕ ਹੋਰ ਮਹੱਤਵਪੂਰਨ ਗੱਲ ਹੋਈ ਹੈ ਕਿ ਕੈਨੇਡਾ ਅਤੇ ਇੰਡੀਆ ਦੇ ਜਿਹੜੀਆਂ ਫ੍ਰੀ ਸਕਾਈਜ਼ ਨੇ ਉਹਨਾਂ ਦਾ ਅਗਰੀਮੈਂਟ ਹੋਇਆ ਹੈ, ਪਰ ਉਸ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੀਆਂ ਫਲਾਈਟਸ ਜਿਹੜੀਆਂ ਡਾਇਰੈਕਟ ਫਲਾਈਟਸ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਜਿਹਦੀ ਸਖਤ ਜ਼ਰੂਰਤ ਵੀ ਹੈ। ਉਸ ਦੇ ਬਾਰੇ 'ਚ ਹਾਲੇ ਤੱਕ ਕੋਈ ਉੱਤਾ ਨਹੀਂ ਵਾਚਿਆ। ਨਾ ਹੀ ਕੈਨੇਡਾ ਦੀ ਸਰਕਾਰ ਨੇ, ਮਿਸਟਰ ਐਲਗੈਬਰਾ ਨੇ, ਸਾਡੇ ਲੋਕਲ MPs ਵੀ ਜਿਹੜੇ ਆ ਲੱਗਦਾ ਕਿ ਇਹਦੇ 'ਚ ਇੰਨੀ ਦਿਲਚਸਪੀ ਨਹੀਂ ਲੈ ਰਹੇ। ਮਾਫ਼ ਕਰਨਾ, ਅਸੀਂ ਉਹਨਾਂ ਨਾਲ ਕਈ ਵਾਰੀ ਗੱਲਬਾਤ ਕੀਤੀ ਹੈ, ਵਰਨਾ ਜਿਹੜੇ ਹੋਰ ਏਅਰਪੋਰਟਸ ਚੁਣੇ ਗਏ ਨੇ ਚੇਨਈ ਵਗੈਰਾ, ਕਲਕੱਤਾ ਅਤੇ ਹੋਰ, ਜੇ ਅਸੀਂ ਉਹਨਾਂ ਦੇ ਮੁਤਾਬਕ ਦੇਖਦੇ ਹਾਂ, ਜੇ ਆਪਾਂ ਜ਼ਮੀਨੀ ਪੱਧਰ 'ਤੇ ਹਕੀਕਤ ਵੇਖੀਏ, ਹਕੀਕਤ ਤਾਂ ਪੰਜਾਬ 'ਚ ਜਾਣ ਵਾਲੇ ਲੋਕ ਕਿਤੇ ਜ਼ਿਆਦਾ ਨੇ, ਟੋਰਾਂਟੋ ਤੋਂ, ਐਲਬਰਟਾ ਦੇ ਵਿੱਚੋਂ, ਇੱਥੋਂ ਵੈਂਕੂਵਰ ਤੋਂ। ਸੋ ਉਹ ਅੰਮ੍ਰਿਤਸਰ ਸਾਹਿਬ ਨੂੰ ਜਿੱਥੇ ਕਿ ਏਅਰਪੋਰਟ ਆਲਰੇਡੀ ਕੰਮ ਕਰ ਰਿਹਾ, ਇੰਗਲੈਂਡ ਤੋਂ ਉੱਥੇ ਇੰਟਰਨੈਸ਼ਨਲ ਫਲਾਈਟਸ ਜਾ ਰਹੀਆਂ ਨੇ। ਸੋ ਕੈਨੇਡਾ ਤੋਂ ਫਲਾਈਟਸ ਕਿਉਂ ਨਹੀਂ ਜਾ ਸਕਦੀਆਂ? ਕਿਉਂ ਲੋਕਾਂ ਨੂੰ ਦਿੱਲੀ ਦੇ ਵਿੱਚ ਦੀ ਜਾਣਾ ਪੈ ਰਿਹਾ? ਇਹਦੇ ਵਿੱਚ ਪਹਿਲਾਂ ਅਸੀਂ ਬਲੇਮ ਕਰਦੇ ਰਹੇ ਕਿ ਸ਼ਾਇਦ ਦਿੱਲੀ ਦੀ ਸਰਕਾਰ ਨਹੀਂ ਚਾਹੁੰਦੀ, ਪਰ ਉਹ ਗਲਤ ਸੀ। ਹੁਣ ਤਾਂ ਜਿਹੜਾ ਅਗਰੀਮੈਂਟ ਕੀਤਾ ਉਹਦੇ ਵਿੱਚ ਜੇ ਚਾਹੇ ਕੈਨੇਡੀਅਨ ਸਰਕਾਰ ਜਾਂ ਏਅਰ ਕੈਨੇਡਾ ਵਾਲੇ ਸੋ ਉਹ ਆਪਣੀ ਫਲਾਈਟਸ ਦੇ ਵਿੱਚ ਉੱਥੇ ਇਹ ਨਾ ਸ਼ਾਮਲ ਕਰ ਸਕਦੇ ਨੇ, ਫਲਾਈਟਸ ਉੱਥੇ ਉਤਾਰ ਸਕਦੇ ਨੇ ਡਾਇਰੈਕਟਲੀ। ਸੋ ਇਹਦੇ ਬਾਰੇ ਹਾਲੇ ਹੋਰ ਗੱਲਬਾਤ ਚੱਲੇਗੀ, ਲੇਕਿਨ ਇਹ ਸਟਰਗਲ ਬੰਦ ਨਹੀਂ ਹੋਈ। ਸਰ ਸਮੀਪ ਸਿੰਘ ਗਮਟਾਲਾ ਅਤੇ ਉਹਨਾਂ ਦੇ ਸਾਡੇ ਸਾਥੀ ਨੇ ਤੰਜੂ ਸਾਹਿਬ, ਉਹ ਲਗਾਤਾਰ ਇਹਦੇ ਲਈ ਯਤਨ ਕਰ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਮਤਲਬ ਨਵੀਂ ਜਾਣਕਾਰੀ ਲੈ ਕੇ ਹੋਰ ਜਿਹੜੀ ਲੌਬਿੰਗ ਚੱਲ ਰਹੀ ਹੈ ਇਸ ਦੇ ਪਿੱਛੇ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਮਿਸਟਰ ਐਲਗੈਬਰਾ ਨੇ, ਮਿਨਿਸਟਰ ਨੇ ਇਹਨਾਂ ਮਾਮਲਿਆਂ ਦੇ, ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕੇ ਉਸ ਪ੍ਰੋਗਰਾਮ ਦੇ ਵਿੱਚ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਗੁਰਮੰਤ ਗਰੇਵਾਲ ਜੀ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਹਨ ਅਤੇ ਹੁਣ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਉਹ ਸਾਡੇ ਨਾਲ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਆਈਲੈਟਸ ਤੋਂ ਕਿਹੜੇ ਕੰਟਰੀਜ਼ ਤੋਂ ਆ ਰਹੇ ਵਿਦਿਆਰਥੀ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਤੋਂ ਮੁਕਤ ਹਨ, ਉਹਨਾਂ ਨੂੰ ਆਈਲੈਟ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ। ਗਰੇਵਾਲ ਸਾਹਿਬ ਜੀ, ਆਇਆਂ ਨੂੰ ਤੁਹਾਡਾ ਬਹੁਤ ਸਵਾਗਤ ਹੈ ਜੀ। ਸਾਹਿਬ ਬਹੁਤ ਧੰਨਵਾਦ ਤੁਹਾਡਾ, ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਈਲੈਟ ਹੁਣ ਬਹੁਤ ਮੁੱਖ ਮੁੱਦਾ ਬਣਿਆ ਹੋਇਆ ਹੈ, ਸੋ ਕਿਹੜੇ ਇਸ ਤਰ੍ਹਾਂ ਦੇ ਮੁਲਕ ਨੇ ਜਿੱਥੋਂ ਆਈਲੈਟਸ ਕਰਨ ਦੀ ਲੋੜ ਨਹੀਂ, ਤੇ ਕਿਹੜੇ ਕਾਲਜਾਂ ਯੂਨੀਵਰਸਿਟੀਆਂ 'ਚੋਂ ਦਾਖਲ ਹੋ ਸਕਦੇ ਨੇ? ਦੇਖੋ, ਇਹ ਬੜੀ ਇੱਕ ਮੰਦਭਾਗੀ ਖਬਰ ਹੈ ਕਿ ਬੜੀ ਗਲਤ ਜਿਹੇ ਕ੍ਰਾਈਟੀਰੀਆ ਦੇ ਨਾਲ ਕੁਝ ਯੂਨੀਵਰਸਿਟੀਜ਼ ਨੇ ਕੁਝ ਕੰਟਰੀ ਸਿਲੈਕਟ ਕੀਤੇ ਹੋਏ ਨੇ ਕਿ ਸਿਰਫ ਉਹਨਾਂ ਕੰਟਰੀਆਂ ਤੋਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜੋ ਵਿਦਿਆਰਥੀ ਪੜ੍ਹਨ ਆਉਂਦੇ ਨੇ
ਉਹਨਾਂ ਨੂੰ ਆਈਲੈਟ ਜਾਂ ਸੈਲਫ ਵਗੈਰਾ ਭਾਵ ਕੈਨੇਡੀਅਨ ਲੈਂਗੁਏਜ ਦੇ ਜਿਹੜੇ ਰਿਕੁਆਇਰਮੈਂਟਸ ਨੇ ਇੰਗਲਿਸ਼ ਤੇ ਫਰੈਂਚ ਦੇ ਉਹਨਾਂ ਤੋਂ ਐਗਜ਼ੰਪਸ਼ਨ ਹੈ। ਇਹ ਕੁਝ ਕੰਟਰੀ ਨੇ ਕੁਝ ਐਕਚੁਅਲੀ ਤਾਂ ਇਹ ਹੈ ਕਿ ਕਈ ਯੂਨੀਵਰਸਿਟੀਆਂ ਨੇ ਕਈ ਕੰਟਰੀ ਇਸ ਤਰੀਕੇ ਦੇ ਨਾਲ ਪਿਕ ਕੀਤੇ ਹੋਏ ਨੇ, ਕੁਝ ਹੋਰ ਯੂਨੀਵਰਸਿਟੀਜ਼ ਨੇ ਡਿਫਰੈਂਟ ਕੰਟਰੀ ਪਿਕ ਕੀਤੇ ਹੋਏ ਨੇ। ਸੋ ਇੱਕ ਤਾਂ ਇਹ ਕੋਈ ਸਟੈਂਡਰਡਾਈਜ਼ਡ ਮੈਕੈਨਿਜ਼ਮ ਨਹੀਂ ਹੈ ਕਿ ਕਿਹੜੇ ਕੰਟਰੀ ਤੋਂ ਐਗਜ਼ੰਪਸ਼ਨਸ ਦਿੱਤੀਆਂ ਗਈਆਂ ਨੇ। ਖਾਸ ਤੌਰ ਦੇ ਉੱਤੇ ਵੈਸੇ ਜੇ ਆਪਾਂ ਇਹਨੂੰ ਇੱਕ ਐਵਰੇਜ ਕੰਟਰੀਜ਼ ਕੱਢੀਏ ਤਾਂ ਉਹ ਕੰਟਰੀ ਨੇ ਜਿਹੜੇ ਕੁਛ ਤਾਂ ਕਾਮਨਵੈਲਥ ਦੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਰਾਜ ਹੁੰਦਾ ਸੀ ਜੇ ਆਪਾਂ ਇੰਗਲਿਸ਼ ਭਾਸ਼ਾ ਦੀ ਗੱਲ ਕਰਦੇ ਹਾਂ, ਤੇ ਇਸ ਤੋਂ ਬਿਨਾਂ ਕੁਛ ਫਰੈਂਚ ਕੰਟਰੀਜ਼ ਵੀ ਨੇ ਜਿਸ ਤਰ੍ਹਾਂ ਗਿਨੀ ਬਸਾਓ ਜਾਂ ਇਸ ਤਰ੍ਹਾਂ ਦੇ ਕੁਛ ਕੰਟਰੀ ਨੇ ਅਫਰੀਕਾ ਦੇ। ਤੇ ਮੋਟੇ ਤੌਰ ਦੇ ਉੱਤੇ ਦੇਖੀਏ ਤਾਂ ਜਿਹੜੇ ਮੇਜਰ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਜਾਂ ਫਿਰ ਅਫਰੀਕਾ ਦੇ ਵਿੱਚ ਲਾ ਲਓ ਗਾਨਾ, ਨਾਈਜੀਰੀਆ, ਜੇ ਤੁਸੀਂ ਸਾਊਥ ਅਮਰੀਕਾ ਦੇ ਵਿੱਚ ਦੇਖਦੇ ਆ ਤਾਂ ਕੁਛ ਉੱਥੋਂ ਦੇ ਕੰਟਰੀਜ਼ ਨੇ, ਕੁਛ ਕੈਰੇਬੀਅਨ ਕੰਟਰੀਜ਼ ਨੇ। ਉਹਨਾਂ ਕੰਟਰੀਜ਼ ਤੋਂ ਜੇ ਕਿਸੇ ਨੇ ਵੀ ਵਿਦਿਆਰਥੀ ਨੇ ਕੈਨੇਡਾ ਵਿੱਚ ਪੜ੍ਹਨ ਆਉਣਾ ਤਾਂ ਉਹਨਾਂ ਸਪੈਸੀਫਿਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਐਗਜ਼ੰਪਸ਼ਨਸ ਨੇ। ਇਹ ਯੂਨੀਵਰਸਿਟੀਜ਼ ਨੇ ਜਿਹੜੀਆਂ ਇਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਐਗਜ਼ੰਪਸ਼ਨ ਨਹੀਂ ਹੈ। ਕੁਛ ਯੂਨੀਵਰਸਿਟੀਜ਼ ਨੇ ਜਿੱਥੇ ਤੱਕ ਮੈਂ ਹੁਣ ਤੱਕ ਸਟੱਡੀ ਕਰ ਸਕਿਆ ਆਪਣੀ ਡਿਸਕਸ਼ਨ ਤੋਂ ਬਾਅਦ ਤਾਂ ਇੱਦਾਂ ਲੱਗ ਰਿਹਾ ਕਿ ਹੈਜ਼ਰਡ ਤਰੀਕਾ ਹੈ। ਜੇ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ, ਇੰਡੀਆ ਬ੍ਰਿਟਿਸ਼ ਰਾਜ ਦੇ ਅਧੀਨ ਰਿਹਾ। ਇੰਡੀਆ ਦੇ ਵਿੱਚ ਬਹੁਤ ਬੱਚੇ ਤਾਂ ਇਹੋ ਜਿਹੇ ਜਿਹੜੇ ਪਹਿਲੀ ਜਮਾਤ ਤੋਂ ਇੰਗਲਿਸ਼ ਪੜ੍ਹਦੇ ਆ ਔਰ ਉਹਨਾਂ ਦਾ ਮੀਡੀਅਮ ਆਫ ਇੰਸਟਰਕਸ਼ਨ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਵੀ ਇੰਗਲਿਸ਼ ਹੀ ਆ। ਕੇਰਲਾ ਵਰਗੀਆਂ ਸਟੇਟਸ ਨੇ ਜਿੱਥੇ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ ਔਰ ਬਹੁਤ ਵਿਦਿਆਰਥੀ ਅੰਗਰੇਜ਼ੀ ਹੀ ਪੜ੍ਹਦੇ ਨੇ। ਸੋ ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਬਗੈਲ ਯੂਨੀਵਰਸਿਟੀ ਹੈ, ਪ੍ਰਿੰਸਟਨ ਆ, ਬਹੁਤ ਯੂਨੀਵਰਸਿਟੀਜ਼ ਨੇ ਜਿਹੜੀਆਂ ਉਹ ਤਾਂ ਕਹਿੰਦੀਆਂ ਨੇ ਕਿ ਜਿਹੜੀਆਂ ਇੰਗਲਿਸ਼ ਸਪੀਕਿੰਗ ਕੰਟਰੀਜ਼ 'ਚੋਂ ਆ ਰਹੇ ਆ ਉਹਨਾਂ ਨੂੰ ਆਈਲੈਟਸ ਦੀ ਲੋੜ ਨਹੀਂ। ਸਾਹਿਬ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ। ਇੰਡੀਆ ਤੋਂ ਇੰਡੀਆ 'ਚ ਐਕਚੁਅਲੀ ਜੇ ਅਸੀਂ ਦੇਖੀਏ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਉਹ ਕਿ ਜਿਹੜੇ ਬੱਚੇ ਇੰਗਲਿਸ਼ ਮੀਡੀਅਮ 'ਚ ਸ਼ੁਰੂ ਤੋਂ ਪੜ੍ਹਦੇ ਨੇ ਉਹਨਾਂ ਦੀ ਬੜੀ ਵਧੀਆ ਇੰਗਲਿਸ਼ ਹੈ ਤੇ ਉਹ ਡਿਜ਼ਰਵ ਕਰਦੇ ਨੇ ਕਿ ਉਹਨਾਂ ਨੂੰ ਵੀ ਉਸ ਤਰ੍ਹਾਂ ਦੀ ਐਗਜ਼ੰਪਸ਼ਨ ਦਿੱਤੀ ਜਾਵੇ। ਤੇ ਦੂਸਰਾ ਸੈਗਮੈਂਟ ਜਾਂ ਦੂਸਰਾ ਹਿੱਸਾ ਉਹ ਲੋਕ ਨੇ ਜਿਨ੍ਹਾਂ ਨੇ ਇੰਗਲਿਸ਼ 6ਵੀਂ ਤੋਂ ਜਾਂ 8ਵੀਂ ਤੋਂ ਪੜ੍ਹਨੀ ਸ਼ੁਰੂ ਕਰਦੇ ਨੇ ਤੇ ਉਹਨਾਂ ਵਿਦਿਆਰਥੀਆਂ ਦੀ ਜੇ ਇੰਗਲਿਸ਼ ਵੀਕ ਹੈ ਤਾਂ ਉਹਨਾਂ ਦੇ ਲਈ ਆਇਲਸ ਵਗੈਰਾ ਦੇ ਜਿਹੜੇ ਇੰਸਟੀਚਿਊਟਸ ਨੇ ਉਦਾਹਰਨ ਦੇ ਤੌਰ 'ਤੇ ਜੇ ਅਸੀਂ ਰੂਰਲ ਏਰੀਆ ਦੇਖਦੇ ਹਾਂ ਪੰਜਾਬ ਦਾ ਤਾਂ ਉੱਥੇ ਆਇਲਟ ਕਰਨ ਦੇ ਲਈ ਬੜੇ ਸਕੂਲ ਨੇ। ਈਵਨ ਖੰਭਿਆਂ ਦੇ ਉੱਤੇ ਵੀ ਐਡਵਰਟੀਜ਼ਮੈਂਟ ਲੱਗੀਆਂ ਹੋਈਆਂ ਨੇ ਆਇਲਸ ਦੇ ਸਕੂਲਾਂ ਦੇ ਉੱਤੇ। ਕਿਹਾ ਜਾਂਦਾ ਹੈ ਕਿ ਬਠਿੰਡੇ ਦੇ ਵਿੱਚ ਜਿਹੜੀ 100 ਮੀਟਰ ਰੋਡ ਹੈ ਸ਼ਾਮ ਨੂੰ 4:30-5 ਵਜੇ ਜਦੋਂ ਆਇਲਸ ਦੇ ਇੰਸਟੀਚਿਊਸ਼ਨ ਬੰਦ ਹੁੰਦੇ ਨੇ ਤਾਂ ਉੱਥੇ ਸੜਕ ਬੱਚਿਆਂ ਦੇ ਨਾਲ ਭਰੀ ਹੁੰਦੀ ਹੈ। ਇੰਨਾ ਰਸ਼ ਹੁੰਦਾ ਕਿ ਤੁਹਾਨੂੰ ਇੱਦਾਂ ਲੱਗਦਾ ਕਿ 12-14 ਹਜ਼ਾਰ ਬੱਚੇ ਉੱਥੇ ਸਿਰਫ ਇਕੱਲੀ ਇੰਗਲਿਸ਼ ਦੀ ਤਿਆਰੀ ਦੇ ਲਈ, ਆਇਲਸ ਦੀ ਤਿਆਰੀ ਦੇ ਲਈ ਉੱਥੇ ਉਹਨਾਂ ਇੰਸਟੀਚਿਊਸ਼ਨ ਦੇ ਵਿੱਚ ਜਾਂਦੇ ਨੇ। ਇਹ ਇੱਕ ਬੜਾ ਵੱਡਾ ਕਮਰਸ਼ੀਅਲ ਇੰਸਟੀਚਿਊਸ਼ਨ ਬਣ ਚੁੱਕਿਆ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦਾ। ਪਰ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਬੱਚਿਆਂ ਦਾ ਮੀਡੀਅਮ ਇੰਗਲਿਸ਼ ਹੈ ਉਹਨਾਂ ਦੇ ਲਈ ਐਗਜ਼ੰਪਸ਼ਨ ਮੈਂ ਕਿਸੇ ਯੂਨੀਵਰਸਿਟੀ ਦੇ ਵਿੱਚ ਇੰਡੀਆ ਦਾ ਨਾਂ ਨਹੀਂ ਦੇਖਿਆ, ਜਾਂ ਈਵਨ ਪਾਕਿਸਤਾਨ ਦਾ ਜਾਂ ਸ੍ਰੀਲੰਕਾ ਜਾਂ ਜਿਹੜੇ ਹੋਰ ਕਾਮਨਵੈਲਥ ਕੰਟਰੀ ਸੀਗੇ ਖਾਸ ਤੌਰ 'ਤੇ ਏਸ਼ੀਅਨ ਕੰਟਰੀਜ਼ ਉਹਨਾਂ ਦਾ ਮੈਂ ਦੇਖਿਆ ਨਹੀਂ। ਸੋ ਹੁਣ ਇਸ ਵੇਲੇ ਜਿਹੜਾ ਬੱਚਾ ਇੰਡੀਆ ਤੋਂ ਆ ਰਿਹਾ ਗਰੇਵਾਲ ਸਾਹਿਬ ਉਹਨੂੰ ਕਿੰਨਾ ਇਹਦਾ ਸਕੋਰ ਚਾਹੀਦਾ ਜਿਹੜਾ ਆਇਲਟਸ ਦਾ ਉਸ ਜਿਹਨੇ ਇੱਥੇ ਦਾਖਲ ਹੋਣਾ ਕਾਲਜ ਦੇ ਵਿੱਚ? ਇਹ ਡਿਫਰੈਂਟ ਹੈ ਜੀ, ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜਾ ਲੈਂਗੁਏਜ ਆ CLB ਕਹਿੰਦੇ ਨੇ, CLB ਸਕੋਰ ਦੇ ਨਾਲ ਪਰਮਾਨੈਂਟ ਇਮੀਗ੍ਰੇਸ਼ਨ ਬਹੁਤ ਸੌਖੀ ਹੋ ਜਾਂਦੀ ਹੈ ਜਿਹਦਾ ਹਾਈ ਸਕੋਰ ਹੈ। ਤੇ ਇੰਸਟੀਚਿਊਸ਼ਨ ਨੇ ਜਿਹੜੇ ਯੂਨੀਵਰਸਿਟੀਜ਼ ਨੇ ਉਹਨਾਂ ਦੀ ਡਿਫਰੈਂਟ ਰਿਕੁਆਇਰਮੈਂਟ ਨੇ। ਆਮ ਤੌਰ 'ਤੇ 6.5 ਆਇਲਸ ਵਾਲਿਆਂ ਨੂੰ CLB ਵਾਲਿਆਂ ਨੂੰ ਅਕਸਰ ਐਡਮਿਸ਼ਨ ਦਿੰਦੇ ਨੇ। ਕਈ ਇੰਸਟੀਚਿਊਸ਼ਨ ਨੇ ਜਿਨ੍ਹਾਂ ਦੇ ਵਿੱਚ ਲੈਂਗੁਏਜ ਦੀ ਰਿਕੁਆਇਰਮੈਂਟ ਨੂੰ ਉਹ ਬਿਲਕੁਲ ਉਹਨਾਂ ਨੇ ਕੋਈ ਤਰਜੀਹ ਨਹੀਂ ਦਿੱਤੀ, ਕਿਉਂਕਿ ਜਿਹੜੀ ਲੈਂਗੁਏਜ ਹੈ ਇੰਸਟੀਚਿਊਸ਼ਨ ਦੀ ਆਪਣੀ ਮਰਜ਼ੀ ਹੈ ਤੇ ਉਹਦੇ ਵਿੱਚ ਇਹ ਫੈਡਰਲ ਗਵਰਨਮੈਂਟ ਦੀ ਰਿਕੁਆਇਰਮੈਂਟ ਨਹੀਂ ਹੈ ਕਿ ਬੱਚਿਆਂ ਨੂੰ ਪੜ੍ਹਨ ਦੇ ਲਈ ਸਰਟਨ CLB ਦਾ ਸਕੋਰ ਲੈਣਾ ਪੈਂਦਾ। ਇਹ ਮੈਂਡੇਟਰੀ ਨਹੀਂ ਹੈ, ਪਰ ਇਹ ਐਨਕਰੇਜ ਕੀਤਾ ਜਾਂਦਾ ਬੱਚਿਆਂ ਨੂੰ ਕਿ ਉਹਨਾਂ ਨੂੰ ਉਹਨਾਂ CLB ਦਾ ਸਕੋਰ ਰੱਖਣਾ ਪੈਂਦਾ, ਜਿਹੜਾ ਕਿ ਕਈ
ਇੰਸਟੀਟਿਊਸ਼ਨਸ ਦੇ ਵਿੱਚ ਵੇਰੀ ਕਰਦਾ, ਪਰ ਆਮ ਤੌਰ ਤੇ 6, 6.5, 7 ਇੰਨਾ ਕੁ ਸਕੋਰ ਹੈ ਜਿਹੜਾ ਉਹਦੇ ਨਾਲ ਅੱਗੇ ਬੱਚਿਆਂ ਨੂੰ PR ਸੌਖੀ ਮਿਲ ਜਾਂਦੀ ਹੈ, ਕਿਉਂਕਿ ਜਿਹੜੀ ਲੈਂਗੁਏਜ ਹੈ ਉਹਨੂੰ ਐਜੂਕੇਸ਼ਨ ਦੇ ਨਾਲ ਜੋੜ ਕੇ, ਉਹਨੂੰ ਐਕਸਪੀਰੀਅੰਸ ਦੇ ਨਾਲ ਜੋੜ ਕੇ, ਉਹਨੂੰ ਤੁਹਾਡੇ ਸੈਟਲਮੈਂਟ ਦਾ ਪੋਟੈਂਸ਼ੀਅਲ ਨਾਲ ਜੋੜ ਕੇ ਬਾਰ-ਬਾਰ ਗਿਣਿਆ ਜਾਂਦਾ ਜਦੋਂ ਐਕਸਪ੍ਰੈਸ ਐਂਟਰੀ ਦੇ ਵਿੱਚ CRS ਸਕੋਰ ਗਿਣਿਆ ਜਾਂਦਾ। ਸੋ ਇਸ ਕਰਕੇ ਲੈਂਗੁਏਜ ਦੀ ਇੰਪੋਰਟੈਂਸ ਕਾਫੀ ਜ਼ਿਆਦਾ ਹੈ PR ਲੈਣ ਦੇ ਲਈ। ਜਦੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਾਂ ਫੈਡਰਲ ਸਕਿੱਲ ਵਰਕਰਜ਼, ਫੈਡਰਲ ਸਕਿੱਲ ਟ੍ਰੇਡਸ ਵਾਲੇ ਜਾਂ ਇੱਥੋਂ ਤੱਕ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੇ, ਉਹਨਾਂ ਦੇ ਵਿੱਚ ਜਦੋਂ ਸਕੋਰ ਗਿਣਿਆ ਜਾਂਦਾ ਤਾਂ ਲੈਂਗੁਏਜ ਦੀ ਕਾਫੀ ਅਹਿਮੀਅਤ ਹੈ। ਇਸ ਕਰਕੇ ਕਈ ਇੰਸਟੀਟਿਊਸ਼ਨਾਂ ਨੇ ਹਾਇਰ ਸਕੋਰ ਵੀ ਰੱਖਿਆ ਹੋਇਆ ਤੇ ਉਹਦੇ ਨਾਲ ਵਿਦਿਆਰਥੀਆਂ ਨੂੰ ਐਡਮਿਸ਼ਨ ਤੋਂ ਲੈ ਕੇ PR ਤੱਕ ਲੈਂਗੁਏਜ ਦੀ ਮਹੱਤਤਾ ਜਿਹੜੀ ਉਹ ਜ਼ਿਆਦਾ ਦਿੱਤੀ ਜਾਂਦੀ ਹੈ। ਅੱਛਾ ਗਰੇਵਾਲ ਸਾਹਿਬ, ਇਹ ਜ਼ਰੂਰ ਦੱਸਿਓ ਸਾਨੂੰ ਕਿ ਜਿਹੜੇ ਵੀ ਇੱਥੇ ਲੋਕ ਆਏ ਹੋਏ ਸੀ, ਕਈ ਵਿਦਿਆਰਥੀ ਸੀ, ਕਈ ਕੰਮ ਲਈ ਆਏ, ਟੈਂਪਰੇਰੀ ਵਰਕ ਪਰਮਿਟ 'ਤੇ ਸੀ, ਫਿਰ ਜਦੋਂ ਉਹਨਾਂ ਨੇ ਨੋਮੀਨੀ ਪ੍ਰੋਗਰਾਮ 'ਚ ਪੱਕੇ ਹੋਣਾ ਹੁੰਦਾ ਜਾਂ ਕਿਸੇ ਪ੍ਰੋਗਰਾਮ 'ਚ ਪੱਕੇ ਹੋਣਾ ਪੈਂਦਾ, ਹਾਲਾਂਕਿ ਉਹ ਇੱਥੇ ਸਾਲ 2 ਸਾਲ ਰਹਿ ਚੁੱਕੇ ਹੁੰਦੇ ਨੇ, ਜਿੱਥੇ ਉਹ ਕੰਮ ਕਰਦੇ ਹੁੰਦੇ ਨੇ ਉੱਥੇ ਅੰਗਰੇਜ਼ੀ 'ਚ ਹੀ ਗੱਲਬਾਤ ਕਰਦੇ ਨੇ। ਕੀ ਇਹ ਗੱਲ ਸੱਚੀ ਹੈ ਕਿ ਉਹਨਾਂ ਨੂੰ ਫੇਰ ਕੋਈ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨਾ ਪੈਂਦਾ? ਹਾਂਜੀ, ਜਦੋਂ ਇਹ ਵੈਸੇ ਇੱਕ ਜੇਸਨ ਕੈਨੀ ਨੇ ਇੱਕ ਅਜਿਹੀ ਚੀਜ਼ ਇੰਟਰੋਡਿਊਸ ਕਰ ਦਿੱਤੀ ਕਿ ਜਿਹੜੇ ਲੋਕ ਫਰਜ਼ ਕਰੋ ਕਿ ਬਿਨਾਂ ਸਟੇਟਸ ਤੋਂ ਜਾਂ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਨੇ, ਪਰ ਜਦੋਂ ਉਹਨਾਂ ਨੇ PR ਦੇ ਲਈ ਅਪਲਾਈ ਕਰਨਾ ਸੀ ਤਾਂ ਉਹਨਾਂ ਨੂੰ ਲੈਂਗੁਏਜ ਦੀ ਰਿਕੁਆਇਰਮੈਂਟ ਮੀਟ ਕਰਨੀ ਪੈਂਦੀ ਸੀ। ਇੱਥੋਂ ਤੱਕ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ, ਜੇ ਉਹਨਾਂ ਨੇ ਸਿਟੀਜ਼ਨਸ਼ਿਪ, ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ ਤਾਂ ਉਹਨਾਂ ਨੂੰ ਵੀ ਲੈਂਗੁਏਜ ਦੀ ਰਿਕੁਆਇਰਮੈਂਟ ਮੀਟ ਕਰਨੀ ਪੈਂਦੀ ਹੈ, ਭਾਵੇਂ ਉਹਦੇ ਬੈਂਚਮਾਰਕ ਕਾਫੀ ਲੋਅਰ ਹੈ, 4 ਬੈਂਡ ਲੈਣੇ ਹੀ ਪੈਂਦੇ ਨੇ। ਸੋ ਬਹੁਤ ਲੋਕ ਨੇ ਜਿਹੜੇ ਸਿਰਫ ਸਿਟੀਜ਼ਨਸ਼ਿਪ ਵੀ ਇਸ ਕਰਕੇ ਨਹੀਂ ਲੈ ਸਕੇ ਜਾਂ ਲੈਣ ਦੇ ਲਈ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਕੌਨਫੀਡੈਂਸ ਨਹੀਂ ਹੈ ਕਿ ਉਹ ਸਕੋਰ ਉਹਨਾਂ ਲੈ ਸਕਣਗੇ, ਪਰ ਅਦਰਵਾਈਜ਼ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਬੜੀ ਵਧੀਆ ਜ਼ਿੰਦਗੀ ਉਹ ਕੈਨੇਡਾ ਦੇ ਵਿੱਚ ਚਲਾ ਰਹੇ ਨੇ, ਬੜਾ ਵਧੀਆ ਕੰਟਰੀਬਿਊਟ ਕਰ ਰਹੇ ਨੇ ਕੈਨੇਡਾ ਦੀ ਇਕੋਨਮੀ ਨੂੰ, ਕੈਨੇਡਾ ਦੇ ਵਿੱਚ ਮਲਟੀਕਲਚਰਲਿਜ਼ਮ ਨੂੰ, ਕਿਉਂਕਿ ਉਹ ਇੱਥੇ ਲੰਬੇ ਸਮੇਂ ਤੋਂ ਰਹਿੰਦੇ ਨੇ ਤੇ ਅੰਗਰੇਜ਼ੀ ਬੋਲਦੇ ਵੀ ਨੇ, ਬਾਹਰ ਕਮਿਊਨੀਕੇਟ ਵੀ ਕਰਦੇ ਨੇ। ਉਦਾਹਰਨ ਦੇ ਤੌਰ ਤੇ ਲੈਟਸ ਸੇ ਕੋਈ ਕੁੱਕ ਹੈ, ਸ਼ੈਫ ਹੈ, ਜੇ ਉਹ ਕਿਚਨ ਦੇ ਵਿੱਚ ਵਧੀਆ ਫੂਡ ਬਣਾ ਰਿਹਾ ਤੇ ਜੇ ਉਹਨੇ ਅੰਗਰੇਜ਼ੀ ਦੇ ਵਿੱਚ ਲੇਬਲ ਵੀ ਪੜ੍ਹ ਸਕਦਾ ਤੇ ਉਹਦੇ ਹਿਸਾਬ ਨਾਲ ਉਹ ਸਾਰਾ ਕੰਮ ਵੀ ਕਰ ਰਿਹਾ, ਪਰ ਜਦੋਂ ਉਹਨੇ ਸਿਟੀਜ਼ਨਸ਼ਿਪ ਲੈਣੀ ਹੈ ਉਹਦੇ ਲਈ ਉਹ ਐਲੀਜੀਬਲ ਨਹੀਂ ਜਿੰਨਾ ਚਿਰ ਉਹ ਸਰਟਨ ਸਕੋਰ ਮੀਟ ਨਹੀਂ ਕਰਦਾ। ਸੋ ਇਹ ਇੱਕ ਅਜਿਹੀ ਘਟਨਾ, ਅਜਿਹੀ ਸਥਿਤੀ ਹੈ ਜਿਹੜੀ ਕਿ ਮੇਰੇ ਖਿਆਲ ਦੇ ਵਿੱਚ ਬਾਇਸਡ ਹੈ, ਫੇਅਰ ਨਹੀਂ ਹੈ। ਆਮ ਲੋਕਾਂ ਨੂੰ ਇਹਦੇ ਤੇ ਕਈ ਲੋਕਾਂ ਦਾ ਨੁਕਸਾਨ ਹੋਇਆ ਕਿ ਉਹ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਲੈ ਸਕੇ। ਇਸੇ ਤਰ੍ਹਾਂ ਹੀ ਜੇ ਉਹ ਹੋਰ ਕਿੱਤਿਆਂ ਦੇ ਵਿੱਚ ਰਹਿੰਦੇ ਨੇ, ਕੰਮ ਕਰਦੇ ਨੇ ਤੇ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ ਤਾਂ ਉਹਨਾਂ ਨੂੰ ਲੈਂਗੁਏਜ ਦੀ ਰਿਕੁਆਇਰਮੈਂਟ ਮੀਟ ਕਰਨੀ ਪੈਂਦੀ ਹੈ। ਸੋ ਇਹ ਹਾਲੇ ਵੇਵ ਨਹੀਂ ਹੋਈ ਕਿਉਂਕਿ ਮੈਨੂੰ ਲੱਗਦਾ ਇੱਥੇ ਇੱਕ ਸਮੇਤ ਮੈਂਬਰ ਪਾਰਲੀਮੈਂਟ ਦੇ ਇੱਕ ਲੌਬੀ ਗਰੁੱਪ ਸੀ ਕਿ ਮਿਨਿਸਟਰ ਨੂੰ ਅਪਰੋਚ ਕੀਤਾ ਗਿਆ। ਅਸੀਂ ਵੀ ਮਿਨਿਸਟਰ ਨੂੰ ਕਿਹਾ ਸੀ ਕਿ ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਆਪਣਾ ਅੰਗਰੇਜ਼ੀ ਉਹ ਕੰਮ ਚਲਾ ਲੈਂਦੇ ਨੇ, ਉਹਨਾਂ ਨੂੰ ਦੁਬਾਰਾ ਕਰਨ ਦੀ ਕੀ ਜ਼ਰੂਰਤ ਹੈ, ਅੰਗਰੇਜ਼ੀ ਪਾਸ ਕਰਨ ਦੀ ਕੀ ਜ਼ਰੂਰਤ ਹੈ? ਉਦੋਂ ਕਹਿੰਦੇ ਸੀ ਅਸੀਂ ਕੰਸੀਡਰ ਕਰਾਂਗੇ, ਪਰ ਹਾਲੇ ਵੀ ਉਸੇ ਤਰ੍ਹਾਂ ਹੀ ਹੈ। ਹਾਂਜੀ, ਹਾਲੇ ਵੀ ਉਸੇ ਤਰ੍ਹਾਂ ਹੀ ਹੈ ਜੀ। ਮੈਂ ਇਹ ਜਿਹੜਾ ਇਨੀਸ਼ੀਏਟਿਵ ਹੈ ਤੁਹਾਡਾ ਤੇ ਉਹਨਾਂ MP ਸਾਹਿਬ ਦਾ, ਉਹਦੀ ਮੈਂ ਐਪਰੀਸੀਏਸ਼ਨ ਕਰਦਾ ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੀ ਸਥਿਤੀ ਨੂੰ, ਲੰਬੇ ਸਮੇਂ ਤੋਂ ਲੋਕ ਕੰਟਰੀਬਿਊਟ ਕਰਦੇ ਨੇ ਤਾਂ ਉਹਨਾਂ ਲਈ ਅਜਿਹੀਆਂ ਰੁਕਾਵਟਾਂ ਪਾਉਣੀਆਂ ਉਹਨਾਂ ਲੋਕਾਂ ਦੇ ਲਈ, ਉਹਨਾਂ ਦੇ ਹਿੱਤਾਂ ਦੇ ਵਿੱਚ ਨਹੀਂ ਹਨ। ਸੋ ਇਸ ਕਰਕੇ ਇਹ ਇਨੀਸ਼ੀਏਟਿਵ ਇਸ ਤਰ੍ਹਾਂ ਦਾ ਲੈਣਾ ਚਾਹੀਦਾ, ਉਹਦੇ 'ਚ ਕੋਈ ਐਗਜ਼ੰਪਸ਼ਨ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਸਰਟਨ ਪੀਰੀਅਡ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤਾਂ ਉਹਨਾਂ ਨੂੰ ਗ੍ਰੈਂਡ ਫਾਦਰਡ ਜਾਂ ਐਗਜ਼ੰਪਟ ਕਰ ਦੇਣਾ ਚਾਹੀਦਾ। ਤੇ ਜਿਹੜੇ ਨਵੇਂ ਆਉਂਦੇ ਨੇ, ਮੰਨ ਲਿਆ ਕਿ ਲੈਂਗੁਏਜ ਦੀ ਰਿਕੁਆਇਰਮੈਂਟ ਦੇ ਨਾਲ ਲੋਕਾਂ ਨੂੰ ਜੌਬ ਲੈਣੀ ਤੇ ਕੈਨੇਡਾ ਦੇ ਵਿੱਚ ਸੈਟਲ ਹੋਣਾ, ਇੱਥੋਂ ਦੇ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਕਰਨਾ ਜਾਂ ਉਹਨਾਂ ਦੇ ਪੋਟੈਂਸ਼ੀਅਲ ਨੂੰ ਪ੍ਰੋਪਰਲੀ ਕੈਪੀਟਲਾਈਜ਼ ਕਰਨਾ, ਉਹਦੇ ਲਈ ਲੈਂਗੁਏਜ ਜ਼ਰੂਰੀ ਤਾਂ ਹੈ, ਪਰ ਇਹ ਇੱਕ ਅਜਿਹੀ ਰਿਕੁਆਇਰਮੈਂਟ ਹੈ ਜਿਹਦੇ ਨਾਲ ਉਹਨਾਂ ਦੀਆਂ ਸਕਿੱਲਸ ਨੂੰ ਜਾਂ ਉਹਨਾਂ ਦੇ ਹੁਨਰ ਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਜਾਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਕੈਨੇਡਾ ਦੇ ਵਿੱਚ ਉਹਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾਣਾ ਚਾਹੀਦਾ, ਜਾਂ ਉਹਦੇ ਲਈ ਇਹ ਇੱਕ ਰੁਕਾਵਟ ਦਾ ਸਾਧਨ ਨਹੀਂ ਬਣਨਾ ਚਾਹੀਦਾ। ਗਰੇਵਾਲ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਧੰਨਵਾਦ ਜੀ, ਧੰਨਵਾਦ। ਗੁਰਮਤ ਸਿੰਘ ਗਰੇਵਾਲ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਅਤੇ ਹੁਣ ਉਹ ਇਮੀਗ੍ਰੇਸ਼ਨ ਕੰਸਲਟੈਂਟ ਦੇ ਤੌਰ 'ਤੇ ਕੰਮ ਕਰਦੇ ਹਨ। ਜਿਹੜੀਆਂ ਯੂਨੀਵਰਸਿਟੀਜ਼
ਅੰਗਰੇਜ਼ੀ ਦੇ ਜਿਹੜੇ ਆਇਲਟਸ ਦੇ ਐਗਜ਼ਾਮ ਤੋਂ ਵੇਵ ਕੀਤਾ ਹੋਇਆ ਜਿਨ੍ਹਾਂ ਨੇ, ਉਹਨਾਂ ਦੇ ਵਿੱਚੋਂ ਯੂਨੀਵਰਸਿਟੀ ਆਫ ਸਸਕੈਚੁਅਨ ਆ, ਯੂਨੀਵਰਸਿਟੀ ਆਫ ਵਿਨੀਪੈਗ ਆ, ਓਕਨਾਗਨ ਕਾਲਜ ਆ, ਅਤੇ ਇਸ ਤੋਂ ਬਿਨਾਂ ਕਾਰਲਟਨ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਮਗਿਲ ਯੂਨੀਵਰਸਿਟੀ ਹੈ, ਕੁਈਨਜ਼ ਯੂਨੀਵਰਸਿਟੀ। ਇਹ ਕਿੰਨੀਆਂ ਹੀ ਨੇ ਜਿਹੜੀਆਂ ਯੂਨੀਵਰਸਿਟੀਜ਼ ਅਤੇ ਕਾਲਜਸ ਨੇ। ਇਹ ਉਹਨਾਂ ਨੂੰ ਮੁਕਤ ਕਰਦੇ ਨੇ ਜਿਹੜੇ ਮੁਲਕਾਂ, ਜਿਸ ਤਰ੍ਹਾਂ ਉਹਨਾਂ ਨੇ ਇੱਕ ਦੱਸਿਆ ਸੀ ਕਿ ਜਿਹੜੇ ਮੁਲਕਾਂ ਦੇ ਵਿੱਚ ਈਵਨ ਅਫਰੀਕਨ ਕੰਟਰੀਜ਼ ਵੀ ਨੇ ਕਈ, ਪਰ ਭਾਰਤ ਉਹਨਾਂ ਦੇ ਵਿੱਚ ਨਹੀਂ ਹੈ। ਹਾਲਾਂਕਿ ਭਾਰਤ ਦੇ ਵਿੱਚ ਬਹੁਤ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਅਤੇ ਅੰਗਰੇਜ਼ਾਂ ਦਾ ਰਾਜ ਰਿਹਾ ਹੈ, ਭਾਰਤ ਉਸ ਦਾ ਹਿੱਸਾ ਨਹੀਂ ਹੈ।